ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੈਂ ਖਬਰ ਪੜ੍ਹ ਕੇ ਰਿਹਾ ਭਾਰਤ ਦੇ ਜਿਹੜੇ ਡਾਕਟਰ ਨੇ ਉਹਨਾਂ ਦੀ ਕੁੱਟਮਾਰ ਜਿਹੜੀ ਹੈ ਉਹ ਹੋ ਗਈ ਹੈ ਕਾਫੀ ਵੱਡੀ ਤਾਦਾਦ ਦੇ ਵਿੱਚ, ਔਰ ਉਹਨਾਂ ਨੇ ਨਰਿੰਦਰ ਮੋਦੀ ਸਾਹਿਬ ਨੂੰ ਇਸ ਮਾਮਲੇ ਦੇ ਵਿੱਚ ਇੱਕ ਲੈਟਰ ਲਿਖਿਆ, ਚਿੱਠੀ ਲਿਖੀ ਹੈ। ਕੀ ਕਹਿਣਾ ਚਾਹੋਗੇ? Please enter the phone number you wish to reach. ਦੋਸਤੋ, ਲਾਈਨ ਸਾਡੀ ਡਿਸਕਨੈਕਟ ਹੋ ਗਈ ਹੈ। ਐਨੀ ਮੂਵਮੈਂਟ ਅਸੀਂ ਦੁਬਾਰਾ ਮਿੰਟੂ ਜੀ ਨਾਲ ਜੁੜਨ ਜਾ ਰਹੇ ਹਾਂ। ਜਦ ਤੱਕ ਲਾਈਨ ਥਰੋ ਨਹੀਂ ਹੁੰਦੀ, ਅਸੀਂ ਦੱਸ ਦਈਏ ਕਿ ਤੁਸੀਂ IPTV ਬਾਕਸ ਦੀ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਅਗਲਾ ਪੰਜਾਬ ਦੇ ਨਾਲ ਰਾਬਤਾ ਕਾਇਮ ਕਰ ਲੈਣਾ। IPTV ਬਾਕਸ ਤੁਹਾਡੀ ਢੇਰ ਸਾਰੀ ਸੇਵਿੰਗ ਦੇ ਨਾਲ, ਜੇ ਤੁਸੀਂ ਕਈਆਂ ਹਲਕਿਆਂ ਦੇ ਵਿੱਚ ਬੜੇ ਖੁਸ਼ ਹੁੰਦੇ ਨੇ ਵੀਰ ਰੇਟ ਜਾਣ ਕੇ, ਸਾਜੀ ਸਾਨੂੰ ਤਾਂ ਹੁਣ ਪਤਾ ਲੱਗਾ ਸੀ ਤੇ $20 ਦੇ ਰਹੇ ਸੀ, 15, ਕਈ ਇਹਦੋਂ ਵੀ ਜ਼ਿਆਦਾ। ਅਤੇ ਇੱਥੇ ਜਦੋਂ ਤੁਸੀਂ ਚੈੱਕ ਕਰਦੇ ਹੋ ਜਿਹੜੇ 20 ਦਿੰਦੇ ਨੇ, ਮੋਰ ਦੈਨ 60%, 60% ਦੀ ਸੇਵਿੰਗ ਹੈ ਜਿਹੜੇ $20 ਕਈਆਂ ਹਲਕਿਆਂ 'ਚ ਦਿੰਦੇ ਨੇ। ਖਾਸ ਤੌਰ 'ਤੇ ਅਮਰੀਕਾ ਦੇ ਕਈਆਂ ਸੂਬਿਆਂ 'ਚੋਂ ਬੜੇ ਫੋਨ ਆਏ ਨੇ। ਸੋ ਮੋਰ ਦੈਨ 60%। ਤੁਸੀਂ ਜੇ 15 ਦਿੰਦੇ ਹੋ ਤਾਂ ਆਲਮੋਸਟ 50%। ਜੇ 10 ਦਿੰਦੇ ਹੋ, 12 ਦਿੰਦੇ ਹੋ, ਤਾਂ ਵੀ ਤੁਹਾਡੇ ਸਾਲ ਦੇ $25-30-50 ਬਚ ਸਕਦੇ ਨੇ। ਨੰਬਰ ਟੂ ਕਾਲ 6475545859। ਮਿੰਟੂ ਜੀ, ਲਾਈਨ ਕੱਟੀ ਗਈ ਸੀ ਜੀ, ਸ਼ੁਕਰੀਆ ਜੀ। ਹਾਂਜੀ, ਡਾਕਟਰਾਂ ਨੇ ਫਿਰ ਪੱਤਰ ਲਿਖਿਆ ਨਰਿੰਦਰ ਮੋਦੀ ਸਾਹਿਬ ਨੂੰ। ਉਹਨਾਂ ਦੀ ਮੈਂ ਖਬਰ ਪੜ੍ਹੀ ਲੰਬੀ ਚੌੜੀ ਕਿ ਕੁੱਟਮਾਰ ਦੀਆਂ ਜਿਹੜੀਆਂ ਨੇ ਉਹ ਘਟਨਾਵਾਂ ਵੱਧ ਗਈਆਂ ਨੇ। ਦੇਖੋ, ਉਹ ਇਸੇ ਚੀਜ਼ ਨੂੰ ਜੋੜ ਰਹੇ ਆ ਨਾਲ ਇਹਦੇ ਬਾਬੇ ਦੇ ਰਾਮਦੇਵ ਦੇ, ਕਿ ਜਦੋਂ ਤੋਂ ਇਹਨੇ ਸ਼ਬਦੀ ਹਮਲੇ ਕੀਤੇ ਆ ਸਾਡੇ ਤੇ, ਉਸ ਤੋਂ ਬਾਅਦ ਸਾਡੇ ਤੇ ਸਰੀਰਕ ਹਮਲੇ ਸ਼ੁਰੂ ਹੋ ਗਏ। ਮਤਲਬ ਕਿ ਸ਼ਬਦੀ ਹਮਲਿਆਂ ਤੋਂ ਇਹ ਸਰੀਰਕ ਹਮਲਿਆਂ ਤੱਕ ਦਾ ਜਿਹੜਾ ਸਫ਼ਰ ਹੈ ਉਹਦੇ ਵਾਸਤੇ ਜ਼ਿੰਮੇਵਾਰ ਹੈਗਾ ਬਾਬਾ ਰਾਮਦੇਵ। ਸੋ ਇਸ ਕਰਕੇ ਇਹਨਾਂ ਨੇ ਪੱਤਰ ਲਿਖਿਆ। ਪੱਤਰ ਅੱਗੇ ਵੀ ਲਿਖਿਆ, ਪਰ ਦੇਖੋ ਜਿਹੜਾ ਪ੍ਰਧਾਨ ਮੰਤਰੀ ਅੱਗੇ ਕਈ ਵਾਰ ਕਹਿ ਚੁੱਕਾ, ਹੁਣ ਵੀ ਕਹਿ ਦੂਗਾ ਕਿ ਮੈਨੂੰ ਕੁੱਟ ਲਓ ਆ ਕੇ, ਡਾਕਟਰਾਂ ਨੂੰ ਨਾ ਕੁੱਟੋ। ਕਿਉਂਕਿ ਗਊ ਰੱਖਿਆ ਵਾਲੇ ਮਾਮਲੇ ਤੇ ਵੀ ਕਹਿਤਾ ਸੀਗਾ ਕਿ ਮੈਨੂੰ ਗੋਲੀ ਮਾਰ ਦਿਓ, ਲੋਕਾਂ ਨੂੰ ਨਾ ਕੁੱਟੋ, ਤਾਂ ਕਿ ਗਊ ਰੱਖਿਆ ਦੇ ਨਾਂ ਤੇ ਕੁੱਟਮਾਰ ਹਟ ਗਈ ਸੀਗੀ। ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ, ਮੇਰੇ ਖਿਆਲ ਦੇ ਨਾਲ ਡਾਕਟਰਾਂ ਨੇ ਜੇ ਪਹਿਲਾਂ ਹੀ ਰੀੜ੍ਹ ਦੀ ਹੱਡੀ ਵਿਖਾਈ ਹੁੰਦੀ ਨਾ, ਫਿਰ ਇੱਥੋਂ ਤੱਕ ਕਹਾਣੀ ਜਾਣੀ ਨਹੀਂ ਸੀ। ਇਹ ਪਹਿਲਾਂ ਕਿਤੇ ਘੱਟ ਬੋਲਿਆ। ਹੁਣ ਚਲੋ ਠੀਕ ਹੈ ਕਿ ਗੱਲ ਜਿਹੜੀ ਆ ਹਾਈਲਾਈਟ ਹੋ ਗਈ ਆ, ਪਰ ਦੇਖੋ ਕੁਛ ਮਾਮਲਿਆਂ ਦੇ ਵਿੱਚ ਡਾਕਟਰਾਂ ਨੂੰ ਵੀ ਵੇਖਣਾ ਪਵੇਗਾ ਕਿ ਉਹਨਾਂ ਦੇ ਵਿੱਚ ਵੀ ਨੁਕਸ ਹੈਗੇ ਆ। ਕੁਛ ਮਾਮਲਿਆਂ ਦੇ ਵਿੱਚ ਇਹਨਾਂ ਦੀਆਂ ਪਾਲਿਸੀਆਂ ਜਿਹੜੀਆਂ ਬੜੀਆਂ, ਹੁਣ ਤੁਸੀਂ ਆ ਦੇਖ ਲਓ ਕਿ ਦਵਾਈਆਂ ਦੀ ਲਿਸਟ ਇਹਨਾਂ ਨੇ ਫਿਰ ਪ੍ਰੋਟੋਕਾਲ ਦੇ ਤਹਿਤ ਨਵੀਂ ਜਾਰੀ ਕਰ ਦਿੱਤੀ ਆ, ਤੇ ਉਹ ਦਵਾਈਆਂ ਜਿਹੜੀਆਂ ਮਾਹਰ ਨੇ ਜਿਹੜੇ ਸਾਡੇ ਇੱਥੋਂ ਦੇ ਸਿਹਤ ਮਾਹਰ, ਉਹ ਕਹਿੰਦੇ ਕਿ 80% ਨੂੰ ਤੇ ਲੋੜ ਹੀ ਨਹੀਂ ਸੀ, ਪਰ ਤੁਸੀਂ ਅਰਬਾਂ ਦੀਆਂ ਦਵਾਈਆਂ ਖਵਾਤੀਆਂ ਬੰਦਿਆਂ ਨੂੰ। ਉਹੀ ਦਵਾਈਆਂ ਬਾਅਦ ਚ ਹੁਣ ਤੁਸੀਂ ਲਿਸਟ ਦੇ ਵਿੱਚੋਂ ਹਟਾ ਰਹੇ ਹੋ। ਮਤਲਬ ਕਿ ਕਦੇ ਸਾਡੇ ਡਾਕਟਰ ਜਿਹੜੇ ਆ ਉਹ ਫਾਰਮਾ ਲੌਬੀ ਦੇ ਖਿਲਾਫ ਬੋਲਦੇ ਹੀ ਨਹੀਂ ਹੈ, ਜਦਕਿ ਉਹਨਾਂ ਦਾ ਫਰਜ਼ ਆ। ਕੋਈ ਬੰਦਾ ਨਹੀਂ ਬੋਲਦਾ, ਕੋਈ ਇੱਥੇ ਨਹੀਂ। ਮਤਲਬ ਕਿ ਹੁਣ ਮਾਰਾ ਵੀ ਇੱਕ ਬਹੁਤ ਵੱਡੀ ਡਿਸਕਸ਼ਨ ਅਖਬਾਰ 'ਚ ਛਪੀ ਹੈ, ਜਿਹਦੇ ਵਿੱਚ ਉਹਨਾਂ ਦੇ ਮਤਲਬ ਕਿ ਵਿਊਜ਼ ਲਏ ਗਏ ਆ। ਉਹ ਕਹਿੰਦੇ ਆ ਕਿ ਹੈਰਾਨਗੀ ਵਾਲੀ ਗੱਲ ਆ ਕਿ ਇਹ ਮਤਲਬ ਕਿ ਇਹਨਾਂ ਦਾ ਪ੍ਰੋਟੋਕਾਲ ਹੈ ਜਿਹੜਾ ਆਮ ਬੰਦੇ ਤੱਕ ਪਹੁੰਚਦਾ ਹੀ ਨਹੀਂ ਹੈ। ਦਵਾਈਆਂ ਬਦਲ ਦਿੱਤੀਆਂ ਜਾਂਦੀਆਂ ਜਦ ਤੱਕ ਉਹ ਕਾਰੋਬਾਰ ਕਰ ਜਾਂਦੀਆਂ, ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ। ਤਾਂ ਮਤਲਬ ਕਿ ਫਾਰਮਾ ਲੌਬੀ ਆਪਣਾ ਕੰਮ ਕਰਦੀ ਆ, ਇੱਥੇ ਕੋਈ ਨਹੀਂ ਬੋਲਦਾ। ਜਦੋਂ ਆਪਣੇ ਤੇ ਪਈ ਆ ਸਾਰੇ ਬੋਲਦੇ ਆ। ਉਹ ਜਿਹੜੇ ਆਪਣੇ ਨੁਕਸ ਆ ਉਹ ਵੀ ਦੂਰ ਕਰਨ ਦੀ ਜ਼ਰੂਰਤ ਆ। ਤੇ ਜੇ ਨਹੀਂ ਕੁਛ ਕਰਦਾ ਪ੍ਰਧਾਨ ਮੰਤਰੀ ਨੇ ਕੀ ਕਰਨਾ? ਸਾਰਾ ਕੁਛ ਇਹਨਾਂ ਦਾ ਤਾਂ ਬੰਦਾ ਉਹ, ਇਹਨਾਂ ਦੇ ਰਾਜ ਭਾਗ ਵਾਸਤੇ ਤੇ ਉਹ ਸਭ ਕੁਛ ਕਹਿੰਦਾ ਰਿਹਾ ਕਿ ਪੈਟਰੋਲ ਆਪਾਂ 30 ਰੁਪਏ ਕਰਾ ਦਿਆਂਗੇ, ਸਰਕਾਰ ਬਣਾ ਦਿਓ। ਉਹੀ ਪੈਟਰੋਲ ਹੁਣ 105 ਰੁਪਏ ਨੂੰ ਵਿਕਣ ਡਿਆ ਗੰਗਾ ਨਗਰ ਦੇ ਵਿੱਚ ਸਾਡੇ ਲਾਗੇ। 100 ਰੁਪਇਆ ਸਾਡੇ ਹੋ ਜਾਣਾ, ਇੱਥੇ 96 ਰੁਪਏ ਸਾਡੇ ਹੋਇਆ ਪਿਆ। ਹੁਣ ਪੁੱਛ ਲਓ ਉਹਨੂੰ, ਰਾਮਦੇਵ ਨੂੰ, ਕਹਿੰਦਾ ਕਿ ਨਹੀਂ ਇਹ ਭਲਾਈ ਵਾਸਤੇ ਜਾਂਦਾ ਪੈਸਾ, ਟੈਕਸ ਹੁਣ ਭਲਾਈ ਵਾਸਤੇ। ਮਤਲਬ ਇਹ ਹੈ ਕਿ ਜਿਹੜਾ ਬੰਦਾ ਇਹਨਾਂ ਵਾਸਤੇ ਸ਼ੁਰੂ ਦੇ ਵਿੱਚ ਮੁਹਿੰਮ ਚਲਾ ਕੇ, ਸਲਵਾਰ ਇਹਨਾਂ ਵਾਸਤੇ ਤੇ ਪਾਈ ਸੀ ਉਹਨੇ ਰਾਮਲੀਲਾ ਮੈਦਾਨ 'ਚ, ਸਲਵਾਰਧਾਰੀ ਬਾਬਾ ਬਣਿਆ ਜਦ, ਉਹ ਇਸੇ ਕਰਕੇ ਤਾਂ ਬਣਿਆ ਸੀ, ਇਸੇ ਚੱਕਰ ਦੇ ਵਿੱਚ ਹੀ ਬਣਿਆ ਸੀ, ਕੁਛ ਕਰਦਾ ਰਿਹਾ। ਉਹ ਸਰਕਾਰ ਤੋਂ ਕੋਈ ਬਹੁਤੀ ਉਮੀਦ ਨਹੀਂ ਹੈ। ਆਹ ਕੋਰਟ ਕਚਹਿਰੀ 'ਚ ਕਿਸੇ 'ਚ ਘੜੀਸ ਸਕਦੇ ਆ, ਉਹ ਨੋਟਿਸ ਦੇਣੇ ਛੱਡ ਕੇ, ਐਵੇਂ ਡਰਾਵੇ ਜੇ ਦੇਣੇ ਛੱਡ ਕੇ ਅਸਲ ਲੜਾਈ 'ਚ ਆ ਜਾਣ। ਫਿਰ ਨਹੀਂ ਤੇ ਇਹਨਾਂ ਪੱਤਰਾਂ ਨਾਲ ਕੁਛ ਨਹੀਂ ਹੋਣਾ। ਜੇ ਪ੍ਰਧਾਨ ਮੰਤਰੀ ਨੇ ਕੋਈ ਬਿਆਨ ਦੇ ਦਿੱਤਾ ਤਦ ਵੀ ਕੁਛ ਨਹੀਂ ਮਤਲਬ ਕਿ ਸਮਰਨਾ, ਕਿਉਂਕਿ ਉਹ ਬੜੀ ਵਾਰੀ ਕਹਿ ਚੁੱਕੇ ਆ
ਮੈਨੂੰ ਦੁੱਖ ਹੁੰਦਾ ਹੈ ਜੀ ਜੇ ਨੋਟਬੰਦੀ ਵਾਲੇ ਮਾਮਲੇ 'ਚ ਕਿ ਮੈਂ 10 ਦਿਨਾਂ ਬਾਅਦ ਚੁਰਾਏ ਤੇ ਆ ਜਾਊਂਗਾ, ਕਰੋਨਾ ਵਾਲੇ ਮਾਮਲੇ 'ਚ ਕਹਿੰਦੇ ਸੀ ਕਿ 20 ਦਿਨ ਦੇ ਦਿਓ, ਉਹ ਕਹਿ ਵੀ ਦੇਣ ਕਿ ਕੋਈ ਫਰਕ ਨਹੀਂ ਪੈਣਾ ਉਸ ਦੇ ਨਾਲ। ਇੱਕ ਮੈਂ ਆਰਟੀਕਲ ਨਵਾਂ ਜ਼ਮਾਨਾ ਦਾ ਪੜ੍ਹ ਕੇ ਹਟਿਆ, ਸਾਡੇ ਸਰੋਤਿਆਂ ਨੂੰ ਸ਼ੁਰੂਆਤ ਦੇ ਵਿੱਚ ਪਹਿਲੀਆਂ ਖਬਰਾਂ ਤੋਂ ਬਾਅਦ ਸੁਣਾਇਆ। ਔਰ ਪਰਦਾਪੋਸ਼ੀ ਸ਼ਾਇਦ ਨਵਾਂ ਜ਼ਮਾਨਾ ਦੇ ਵਿੱਚ ਅੱਜ ਹੀ ਛਪਿਆ ਪਰਦਾਪੋਸ਼ੀ। ਉਸ ਪਰਦਾਪੋਸ਼ੀ ਪਿੱਛੇ ਮੇਰਾ ਜਿਹੜਾ ਅਗਲਾ ਸਵਾਲ ਹੈ ਉਹ ਉੱਥੇ ਦਾ ਉੱਥੇ ਹੈ। ਅੰਕੜਿਆਂ ਦੇ ਫੇਰ ਵਿੱਚ ਫੇਰ ਫਸਿਆ ਗੁਜਰਾਤ ਦੀ ਬੜੀ ਵੱਡੀ ਉਹਨਾਂ ਨੇ ਇਹਦੇ ਵਿੱਚ ਜਿਹੜਾ ਲੇਖਾ ਜੋਖਾ ਸਾਂਝਾ ਕੀਤਾ ਕਿ ਕਿੰਨੇ ਲੋਕ ਮਰਦੇ ਸਨ, ਉਹ ਲਿਖੇ ਕਿੰਨੇ ਜਾਂਦੇ ਸਨ, ਉਹ ਸਾਰੇ ਗੁਜਰਾਤ ਦੇ ਵਿੱਚ ਕਿੰਨੇ ਮਰਦੇ ਸਨ ਕਰੋਨਾ ਕਰਕੇ। ਉਹ ਸਰਕਾਰ ਕੀ ਅੰਕੜਾ ਕੱਢਦੀ ਸੀਗੀ ਗੁਜਰਾਤ ਦੀ ਔਰ ਯੂਪੀ ਦੀ ਖਾਸ ਤੌਰ 'ਤੇ। ਔਰ ਇਹ ਪਰਦਾਪੋਸ਼ੀ ਜੀ ਆਰਟੀਕਲ ਦੋਸਤੋ ਤੁਸੀਂ ਨਹੀਂ ਸੁਣ ਸਕੇ ਤਾਂ ਪ੍ਰੋਗਰਾਮ 12 ਵਜੇ ਤੋਂ ਬਾਅਦ ਰਿਪੀਟ ਹੁੰਦਾ ਹੈ, ਉਦੋਂ ਵੀ ਸੁਣ ਲਿਓ। ਕੱਲ੍ਹ ਦੁਪਹਿਰੇ ਵੀ ਇਹ ਰਿਪੀਟ ਹੁੰਦਾ ਹੈ, ਉਦੋਂ ਵੀ ਤੁਸੀਂ ਸੁਣ ਸਕਦੇ ਹੋ। ਹਾਂਜੀ ਮਿੰਟੂ ਜੀ, ਅੰਕੜਿਆਂ ਦੇ ਫੇਰ ਵਿੱਚ ਫੇਰ ਗੁਜਰਾਤ ਚਰਚਾ 'ਚ ਫਸਿਆ ਨਜ਼ਰ ਆ ਰਿਹਾ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਅਖਬਾਰ ਨੇ ਅਹਿਮਦਾਬਾਦ ਦੇ ਜਿਹੜਾ ਹੈਗਾ ਆ ਕੋਵਿਡ ਸਰਕਾਰੀ ਹਸਪਤਾਲ ਜਿਹੜਾ ਉਹਦੇ ਅੰਕੜੇ ਕੱਢੇ ਨੇ। ਮਤਲਬ ਕਿ ਇਹ ਉਹਨਾਂ ਦੇ ਡਾਕੂਮੈਂਟ ਬੋਲਦੇ ਆ। ਉਹ ਜਿਹੜੇ ਅੰਕੜੇ ਉਹਨਾਂ ਨੇ ਕਢਾਏ 1200 ਬੈੱਡ ਵਾਲਾ ਕੋਈ ਸਿਵਲ ਕੋਵਿਡ ਹਸਪਤਾਲ ਆ ਜਿਹਦੇ ਅੰਕੜੇ ਨੇ ਉਹਨਾਂ ਦੇ ਕੋਲ, ਤੇ ਇਹ ਸਾਰਾ ਕੁਝ ਹੈ ਜਿਹੜਾ ਉਹ ਰਿਕਾਰਡ ਤੇ ਆ 10 ਅਪ੍ਰੈਲ ਤੋਂ 9 ਮਈ ਤੱਕ। ਠੀਕ ਹੈ ਜੀ, ਦੈਨਿਕ ਭਾਸਕਰ ਉਸ ਅਖਬਾਰ ਦਾ ਨਾਮ ਆ। 10 ਅਪ੍ਰੈਲ ਤੋਂ 9 ਮਈ ਤੱਕ ਜਿਹੜੇ ਅੰਕੜੇ ਆ ਉਹ ਆ 3416 ਹੈ। ਠੀਕ ਹੈ ਨਾ ਜੀ। ਤੇ ਉਹਦੇ ਵਿੱਚ ਕੀ ਹੈ ਕਿ ਪੂਰੇ ਗੁਜਰਾਤ ਦੇ ਵਿੱਚ ਦੱਸੇ ਗਏ ਆ 3578। ਹਾਂਜੀ, ਮਤਲਬ ਕਿ 3578 ਦੱਸੇ ਗਏ ਆ, ਜਦ ਕਿ ਉਹ ਦਾਵਾ ਕਰ ਰਹੇ ਨੇ ਕਿ ਸਾਡੇ ਕੋਲ ਲਿਸਟ ਆ ਜਿਹੜੇ ਜਿਹੜੇ ਬੰਦੇ ਮਰੇ। ਔਰ ਕਮਾਲ ਦੀ ਗੱਲ ਉਹ ਕਹਿੰਦੇ ਕਿ 100 ਮਰੀਜ਼ ਜਿਹੜੇ ਮਰੇ ਆ ਅਸੀਂ ਉਹਨਾਂ ਦੇ ਵਾਰਸਾਂ ਤੱਕ ਪਹੁੰਚ ਕੀਤੀ ਆ, ਰਿਕਾਰਡਿੰਗ ਵਗੈਰਾ ਸਾਡੇ ਕੋਲ ਆ। ਇਹ ਆਪਣੇ ਆਪ ਦੇ ਵਿੱਚ ਪਰਦਾਪੋਸ਼ੀ ਨਹੀਂ ਤੇ ਪਰਦਾਫਾਸ਼ੀ ਵਾਲੀ ਗੱਲ ਆ। ਪਰਦਾਫਾਸ਼ ਹੋ ਰਿਹਾ ਕਿ ਕਿਸ ਤਰੀਕੇ ਦੇ ਨਾਲ ਅੰਕੜੇ ਜਿਹੜੇ ਉਹ ਲੁਕਾਏ ਜਾ ਰਹੇ ਆ। ਔਰ ਬਨਾਰਸ ਦੇ ਵਿੱਚ ਵੀ ਇਹਨਾਂ ਨੇ ਇੱਕ ਕਹਿ ਲਓ ਕਿ ਖੋਜ ਕੀਤੀ ਆ। ਦੈਨਿਕ ਭਾਸਕਰ ਨੇ ਅੱਛੀ ਕਵਰੇਜ ਕੀਤੀ ਹੈ ਇਸ ਮਾਮਲੇ 'ਚ। ਆਮ ਤੌਰ ਤੇ ਦੈਨਿਕ ਭਾਸਕਰ ਥੋੜਾ ਹੋ ਜਾਂਦਾ, ਪਰ ਇਸ ਮਾਮਲੇ ਦੇ ਵਿੱਚ ਅੱਛੀ ਉਹਨਾਂ ਦੀ ਰਿਪੋਰਟਿੰਗ ਰਹੀ ਸੀਗੀ। ਗੰਗਾ ਦੀਆਂ ਲਾਸ਼ਾਂ ਵਾਲਾ ਮਸਲਾ ਵੀ ਸਭ ਤੋਂ ਪਹਿਲਾਂ ਇਹਨਾਂ ਨੇ ਕੱਢਿਆ ਸੀਗਾ। ਇਹਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਮਈ ਦੇ ਵਿੱਚ 2259 ਬਨਾਰਸ ਦਾ ਹਾਲ ਦੱਸ ਰਹੇ ਨੇ। ਮਤਲਬ ਕਿ ਉਹ ਗੁਜਰਾਤ ਮਾਡਲ ਹੈ। ਇੱਥੇ ਜਿਹੜਾ ਪ੍ਰਧਾਨ ਸੇਵਕ ਦਾ ਆਪਣਾ ਮਤਲਬ ਕਿ ਹਲਕਾ ਵਾ, ਤਾਂ ਉਹਦੇ 'ਚ ਕਹਿੰਦੇ ਆ ਕਿ 2259 ਤੋਂ ਜ਼ਿਆਦਾ ਮੌਤਾਂ ਹੋਈਆਂ ਤੇ ਪਿਛਲੇ ਸਾਲ ਇਸੇ ਪੀਰੀਅਡ ਦੇ ਦਰਮਿਆਨ ਮਤਲਬ ਕਿ ਮਈ ਦੇ ਵਿੱਚ 644 ਸੀ। ਆਲਮੋਸਟ ਕਹਿ ਲਓ ਕਿ 4 ਗੁਣਾ ਜ਼ਿਆਦਾ ਹੋਈਆਂ। ਪਰ ਉਹਨਾਂ ਨੂੰ ਮਤਲਬ ਕਿ ਗਿਣਿਆ ਨਹੀਂ ਗਿਆ। ਗੁਜਰਾਤ ਵਾਲਾ ਮਸਲਾ ਦੇਖੋਗੇ, ਇੱਥੇ ਵੀ 90% ਜਿਹੜੀਆਂ ਮੌਤਾਂ ਹੋਈਆਂ ਨੇ ਇੱਕ ਹਸਪਤਾਲ ਦੇ ਵਿੱਚ, ਤੇ ਉਹ ਮਤਲਬ ਕਿ ਏਦਾਂ ਲਿਖੀਆਂ ਗਈਆਂ ਕੋ ਮੋਰਬਿਡਿਟੀ ਜਾਂ ਕੁਛ ਮਤਲਬ ਕਿ ਲਿਖਿਆ ਹੀ ਨਹੀਂ ਗਿਆ ਕਿ ਕਿਸ ਕਾਰਨ ਕਰਕੇ ਮੌਤਾਂ ਹੋਈਆਂ। ਸਮਝਣਾ ਕਿ ਉਹਦਾ ਜਿਹੜਾ ਡੈਥ ਨੋਟ ਦਿੱਤਾ ਗਿਆ ਉਹਦੇ ਤੇ ਮੌਤ ਦਾ ਅਸਲ ਕਾਰਨ ਨਹੀਂ। ਔਰ ਸਭ ਤੋਂ ਵੱਡੀ ਗੱਲ ਕੀ ਹੈ, ਜਿਹੜੀ ਗੱਲ ਤੈਅ ਦੀ ਗੱਲ ਤੈਅ ਦੀ ਆ। ਦੇਖੋ, ਅੰਕੜਿਆਂ 'ਚ ਹੇਰ ਫੇਰ ਇਕਨੋਮੀ ਦੇ ਮਾਮਲੇ 'ਚ ਹੁੰਦੇ ਆਏ ਆ, ਬੇਰੁਜ਼ਗਾਰੀ ਦੇ ਮਾਮਲੇ 'ਚ ਹੁੰਦੇ ਆਏ ਆ, ਵੱਖ-ਵੱਖ ਜਿੱਦਾਂ ਹੁਣ ਕੈਗ ਦੀਆਂ ਰਿਪੋਰਟਾਂ ਜਿਹੜੀਆਂ ਇਹਨਾਂ ਨੇ ਘਟਾ, ਇਹ ਸਾਰਾ ਕੁਝ ਹੁੰਦਾ ਸੀ। ਪਰ ਤੁਸੀਂ ਮੌਤਾਂ ਦੇ ਮਾਮਲੇ 'ਚ ਇਸ ਤਰ੍ਹਾਂ ਦਾ ਕਰੋਗੇ ਤਾਂ ਬਹੁਤ ਵੱਡਾ ਜਿੱਦਾਂ ਕਹਿ ਲਈਏ ਕਿ ਦੋਸ਼ ਲੱਗੇਗਾ ਤੁਹਾਡੇ ਤੇ ਕਿ ਤੁਹਾਡੇ 'ਚ ਮਾਨਵੀ ਕਦਰਾਂ ਕੀਮਤਾਂ ਦੀ ਵੀ ਸ਼ਾਇਦ ਕਮੀ ਹੈ। ਕਿਉਂਕਿ ਦੂਜਾ ਪੱਖ ਇਹ ਆ ਕਿ ਕੋਰਟਾਂ ਦੇ ਵਿੱਚ ਸੁਣਵਾਈ ਹੋ ਰਹੀ ਹੈ। ਇੰਡੀਆ ਦੀਆਂ ਵੱਖ-ਵੱਖ ਹਾਈ ਕੋਰਟਾਂ ਦੇ ਵਿੱਚ ਸੁਣਵਾਈ ਹੋ ਰਹੀ ਆ, ਤਾਂ ਇਹਦਾ ਮਤਲਬ ਇਹ ਆ ਕਿ ਜਿਹੜੀ ਗੁਜਰਾਤ ਨੂੰ ਲੈ ਕੇ ਉੱਥੇ ਸੁਣਵਾਈ ਚੱਲ ਰਹੀ ਹੋਏਗੀ ਤਾਂ ਉੱਥੇ ਵੀ ਤੁਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਜਿਹੜਾ ਐਫੀਡੈਵਿਟ ਦਿੱਤਾ ਹੋਏਗਾ ਅੰਕੜਿਆਂ ਦਾ, ਉਹ ਗਲਤ ਹੋਏਗਾ ਜੀ, ਉਹ ਗੁਨਾਹ ਹੈ ਇੱਕ ਤਰ੍ਹਾਂ ਦੇ ਨਾਲ। ਔਰ ਮਿੰਟੂ ਜੀ, ਇਹ ਮੰਨਿਆ ਅਖਬਾਰ ਨੇ, ਤੁਸੀਂ ਨਵਾਂ ਜ਼ਮਾਨਾ ਦਾ ਪੜ੍ਹੋ, ਸੰਪਾਦਕੀ ਜਿਹੜਾ ਛੋਟਾ ਜਿਹਾ ਪੱਤਰਕਾਰਾਂ ਦੀ ਟੀਮ ਨੇ ਫੋਨ ਨੰਬਰ ਆਧਾਰ ਤੇ 100 ਮਰੀਜ਼ਾਂ ਦੇ ਘਰ ਦੇ ਜਿਹੜੀ ਤੁਸੀਂ ਗੱਲ ਕੀਤੀ ਹੈ। ਔਰ ਇਹ ਵੀ ਉਹਨਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਕੋਲੋਂ ਪਤਾ ਕੀਤਾ ਕਿ ਕਰੋਨਾ ਦੇ ਗੰਭੀਰ ਲੱਛਣਾਂ ਦੇ ਬਾਅਦ ਹੀ ਹਸਪੀਟਲ 'ਚ ਦਾਖਲ ਕਰਵਾਇਆ ਗਿਆ ਔਰ ਉਹਨਾਂ ਨੂੰ ਕਿਡਨੀ, ਹਾਰਟ ਅਟੈਕ, ਕਈਆਂ ਦੇ 90% ਤਾਂ ਲਿਖਦੇ 90% ਤੋਂ ਵੱਧ ਮੌਤਾਂ ਦੇ ਬਾਰੇ ਕਾਰਨ ਹੀ ਨਹੀਂ ਲਿਖਿਆ ਗਿਆ।
ਹਾਂਜੀ ਹਾਂਜੀ, ਉਹ ਫਿਰ ਜਿਹੜੀ ਸੰਪਾਦਕੀ ਉਹਨਾਂ ਦੀ ਇਸੇ ਖੋਜ ਤੇ ਆਧਾਰਿਤ ਹੋਏਗੀ। ਦੂਜੀ ਗੱਲ ਮੈਂ ਤੁਹਾਨੂੰ ਗੁਜਰਾਤ ਦੀ ਹੋਰ ਦੱਸ ਦਿੰਦਾ, ਪਰਦਾ ਪੁਸ਼ੀ ਸੰਪਾਦਕੀ ਫਿਰ ਇਹਨਾਂ ਦੇ, ਕਿਉਂਕਿ ਕੱਲ ਸਾਰਾ ਅੰਕੜਾ ਆ ਗਿਆ ਹੋਏਗਾ ਨਾ, ਉੱਥੇ ਚੱਕ ਕੇ ਉਹਨਾਂ ਨੇ ਲਿਖੀ ਹੋਏਗੀ। ਗੱਲ ਇਹ ਆ ਕਿ ਗੁਜਰਾਤ ਦੇ ਵਿੱਚ ਤਾਂ ਇਹੋ ਜਿਹੀਆਂ ਚੀਜ਼ਾਂ ਵਾਪਰੀਆਂ ਨੇ ਕਿ ਜਿਹੜੇ ਬੰਦੇ 10-10 ਸਾਲ ਪਹਿਲਾਂ ਮਰ ਚੁੱਕੇ ਨੇ। ਇੰਡੀਆ 'ਚ ਸਭ ਕੁਛ ਹੁੰਦਾ। ਮੈਂ ਤੁਹਾਨੂੰ ਤਾਂ ਹੀ ਕਹਿਣਾ ਕਿ ਸਾਡੇ ਇੱਥੇ ਘੁਟਾਲਾ ਇਹ, ਸਾਡੇ ਇੱਥੇ ਕਾਰੋਬਾਰੀ ਹੈ। 10 ਸਾਲ ਪਹਿਲਾਂ ਜਿਹੜੇ ਬੰਦੇ ਮਰ ਗਏ ਨੇ ਉਹਨਾਂ ਦੇ ਫੋਨ ਚੱਲਦੇ ਆ, ਐਕਟਿਵ ਨੇ, ਉਹਨਾਂ ਦੇ ਵਾਰਸਾਂ ਕੋਲ ਉਹਨਾਂ ਨੂੰ ਮੈਸੇਜ ਆ ਰਿਹਾ ਕਿ ਵੈਕਸੀਨ ਲੱਗ ਗਈ ਹੈ, ਸਰਟੀਫਿਕੇਟ ਬਣ ਚੁੱਕਾ ਹੈ। ਇਹ ਮੇਰੇ ਕੋਲ ਰਿਪੋਰਟ ਪਈ ਹੈ ਇਸ ਮਾਮਲੇ ਦੀ ਕਿ ਕਿੰਨੇ ਹੀ ਬੰਦਿਆਂ ਨੇ ਔਨ ਰਿਕਾਰਡ ਆ ਕੇ ਕਿਹਾ। ਥੋੜੇ ਦਿਨ ਪਹਿਲਾਂ ਇੱਕ ਬੰਦਾ ਮਰਿਆ, ਉਹਦਾ ਫੋਨ ਉਹਦੇ ਪੁੱਤਰ ਕੋਲ ਚੱਲ ਗਿਆ। ਆਪਾਂ ਫੋਨ ਨਹੀਂ ਸੁੱਟਦੇ ਅੱਜ ਕੱਲ, ਫੋਨ ਰੱਖ ਲੈਂਦੇ ਆ ਜਾਂ ਸਿਮ ਕੱਢ ਕੇ ਆਪਾਂ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਕੋਈ ਬੰਦਾ ਹੋਰ ਕੋਈ ਯਾਰ ਮਿੱਤਰ ਫੋਨ ਕਰ ਲੈਂਦਾ। ਤਾਂ ਉਸੇ ਤਰ੍ਹਾਂ ਹੀ ਫਿਰ ਉੱਥੇ ਆ ਗਿਆ ਮੈਸੇਜ ਕਿ ਤੁਹਾਨੂੰ ਵੈਕਸੀਨੇਟ ਕਰ ਦਿੱਤਾ ਗਿਆ ਜੀ ਕੱਲ। ਮਤਲਬ ਕਿ ਰਿਕਾਰਡ ਦੇ ਵਿੱਚ ਮੁਰਦਿਆਂ ਨੂੰ ਵੈਕਸੀਨ ਲਾਈ ਜਾ ਰਹੀ ਆ, ਜਿਉਂਦਿਆਂ ਨੂੰ ਲੱਭ ਨਹੀਂ ਰਹੀ। ਸੋ ਜਿੱਥੇ ਇਹ ਸਭ ਕੁਝ ਚੱਲ ਰਿਹਾ ਹੋਵੇ ਉੱਥੇ ਟੋਟਲੀ ਤੁਸੀਂ ਸਾਡੇ ਪੰਜਾਬ 'ਚ ਕੀ ਚੱਲਣ ਰਿਹਾ ਵੇਖ, ਕੀ ਤਮਾਸ਼ਾ ਚੱਲ ਰਿਹਾ ਹੈ ਕਰੋਨਾ ਦੇ ਨਾਮ ਤੇ। ਸੋ ਇਹ ਸਭ ਕੁਛ ਹੈ ਜਿਹੜਾ ਉਹ ਇੰਨਾ ਜ਼ਿਆਦਾ ਨਿਕਲੇਗਾ, ਤੁਸੀਂ ਦੇਖਿਓ ਇੱਕ ਦਿਨ ਇਹ ਬਹੁਤ ਵੱਡੀਆਂ ਰਿਪੋਰਟਾਂ ਹੋਣਗੀਆਂ। ਤਾਂ ਹਾਲੇ ਕੁਛ ਵੀ ਨਹੀਂ ਹੈ, ਜਦੋਂ ਪੂਰੇ ਇੰਡੀਆ, ਕਿਉਂਕਿ ਅਮਰੀਕਾ ਦੀ ਇੱਕ ਯੂਨੀਵਰਸਿਟੀ ਤਾਂ ਅਧਿਐਨ ਕਰ ਚੁੱਕੀ ਹੈ ਕਿ ਜਿੰਨਾ ਫੈਲਾਅ ਹੈ, ਜਿੰਨਾ ਇੰਡੀਆ ਦੀ ਆਬਾਦੀ ਦਾ ਘੇਰਾ ਵਾ, ਭੂਗੋਲਿਕ ਪਰਿਸਥਿਤੀਆਂ ਨੇ ਜਿਹੋ ਜਿਹੀਆਂ, ਜਿਸ ਤਰ੍ਹਾਂ ਦੀ ਇਨਫੈਕਸ਼ਨ ਰੇਟ ਆ, ਤਾਂ ਤਕਰੀਬਨ ਡੈਥ ਜਿਹੜੀਆਂ ਨੇ ਉਹ 40 ਲੱਖ ਵੀ ਹੋ ਸਕਦੀਆਂ ਨੇ। ਔਰ ਇਹਨੂੰ ਉਹਨਾਂ ਨੇ ਤੇ ਇੱਥੋਂ ਤੱਕ ਕਿਹਾ ਸੀਗਾ ਕਿ 70 ਕਰੋੜ ਤੱਕ ਲੋਕ ਜਿਹੜੇ ਇਨਫੈਕਟਡ ਹੋ ਸਕਦੇ ਆ। ਔਰ ਚਲੋ ਦੋਸਤੋ, ਅੰਕੜੇ ਆਏ ਨੇ ਤੇ ਇਹ ਹੈਰਾਨ ਕਰਨ ਵਾਲੇ ਨੇ। ਜਿਹੜੀ ਆਪਾਂ ਪਰਦਾਪੋਸ਼ੀ ਦੀ ਗੱਲ ਕੀਤੀ ਹੈ ਤੇ ਉਹਦੇ ਵਿੱਚ ਭੋਪਾਲ ਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜੀਆਂ ਮੌਤਾਂ ਹੋਈਆਂ 9 ਅਪ੍ਰੈਲ ਨੂੰ 35 ਲਾਸ਼ਾਂ ਦਾ ਸੰਸਕਾਰ ਕੀਤਾ ਗਿਆ ਪੂਰੇ ਭੋਪਾਲ ਦੇ ਵਿੱਚ 9 ਅਪ੍ਰੈਲ ਨੂੰ, ਤੇ ਲਾਸ਼ਾਂ ਦਾ ਸੰਸਕਾਰ ਕੀਤਾ। ਪੂਰੇ ਰਾਜ ਦਾ ਅੰਕੜਾ 23 ਦੱਸਿਆ ਗਿਆ। ਉਹ ਕਹਿੰਦੇ ਕਿ ਜਦੋਂ ਅਸੀਂ ਇਹ ਭੋਪਾਲ ਗੈਸ ਕਾਂਡ ਹੋਇਆ ਸੀ ਨਾ, ਜਿੰਨੀਆਂ ਮੌਤਾਂ ਹੋਈਆਂ ਨੇ ਇਹ ਇੱਕ ਇਲਾਕੇ ਦੀਆਂ ਮੌਤਾਂ ਨੇ, ਤੇ ਉਹਨਾਂ ਪੂਰੇ ਅੰਕੜੇ ਜਿਹੜੇ ਨੇ 25 ਦੱਸੇ ਨੇ। ਹੁਣ ਦੱਸੋ ਕਿੰਨਾ ਪਰਦਾਪੋਸ਼ੀ ਕੀਤੀ ਜਾ ਰਹੀ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਬਹੁਤ ਵੱਡੀ ਗੜਬੜ ਹੈ। ਚਲੋ ਖੈਰ, ਆਪਾਂ ਅੱਗੇ ਵਧਦੇ ਹਾਂ। ਵੌਇਸ ਆਫ ਸਿਟੀ 1320 AM ਤੇ ਦੋਸਤੋ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਨੰਬਰ ਹੈ 9058131320। ਤੁਸੀਂ ਕਾਲ ਕਰ ਸਕਦੇ ਹੋ। ਕਾਂਗਰਸੀ ਆਗੂ ਦੀ ਪੁਲਿਸ ਨੇ ਵੀ ਭੱਠੀ ਫੜੀ ਹੈ। ਇੱਧਰ ਬਾਦਲ ਵਾਲੇ ਪਿੰਡ ਦੇ ਵਿੱਚ ਤਾਂ ਵੱਡੀ ਭੱਠੀ ਫੜੀ ਗਈ ਸੀ, ਜਿੱਥੇ ਪੂਰੀ ਬ੍ਰਾਂਡਡ ਜਿਹੜੀ ਬਾਹਰੋਂ ਜਾ ਕੇ ਸਾਡੇ ਕਹਿੰਦੇ ਆਹੀ ਪੀਣੀ ਹੈ। ਹਾਂਜੀ ਮਾਸਟਰ ਲਿਆਵੀਂ ਜਾਂ ਦੂਜੀ ਲਿਆਵੀਂ ਜਿਹਦਾ ਰੇਟ ਬਹੁਤ ਟੌਪ ਦਾ ਹੁੰਦਾ, ਤੇ ਪਤਾ ਲੱਗਾ ਵੀ ਹੁਣ ਉੱਥੋਂ ਬਣਦੀ ਹੈ। ਇੱਧਰ ਕਾਂਗਰਸੀ ਆ ਗਏ ਨੇ, ਹੁਣ ਕੀ ਕਹਿਣਾ ਚਾਹੋਗੇ? ਦੇਖੋ ਇਹ ਫੜੀਆਂ ਜਾਂਦੀਆਂ ਤਾਂ ਦੇਸੀ ਦਾਰੂ ਦੀ ਭੱਠੀ ਆ, ਉਹ ਫੈਕਟਰੀ ਕਹੀ ਜਾਂਦੀ ਹੈ। ਭੱਠੀ ਤੇ ਫੈਕਟਰੀ 'ਚ ਫਰਕ ਇਹ ਹੁੰਦਾ ਕਿ ਜਿਹੜੀ ਫੈਕਟਰੀ ਹੁੰਦੀ ਆ ਉਹਦੇ 'ਚ ਬੋਟਲਿੰਗ ਵਗੈਰਾ ਉਹ ਆਪ ਕਰਦੇ ਆ, ਕੈਮੀਕਲ ਪਾ ਕੇ। ਮਤਲਬ ਕਿ ਉਹ ਜੋ ਬ੍ਰਾਂਡਡ ਸ਼ਰਾਬ ਹੁੰਦੀ ਆ ਉਹਨੂੰ ਤਿਆਰ ਕਰ ਦਿੱਤਾ ਜਾਂਦਾ, ਡਰਮ ਹੁੰਦੇ ਆ, ਕੈਮੀਕਲ ਪਾਏ ਜਾਂਦੇ ਆ। ਇਹ ਬੜੇ ਮਾਸਟਰ ਲੋਕ ਹੁੰਦੇ ਆ ਜਿਹੜੇ ਉਹ ਕੈਮੀਕਲ ਪਾਉਂਦੇ ਨੇ। ਮਤਲਬ ਕਿ ਸਾਰੀ ਨਹੀਂ ਕਰ ਸਕਦਾ ਇਹ। ਇੱਕ ਤਾਂ ਉਹ ਡਰਮ, ਇਹ ਪ੍ਰੋਜੈਕਟ ਵੀ ਲੱਖਾਂ ਦਾ ਇਹ ਨਹੀਂ ਹੈ ਕਿ ਭੱਠੀ ਤਾਂ ਚਲੋ ਹੁਣ ਕੋਈ ਵੀ ਬੰਦਾ ਉੱਠ ਕੇ ਆਪਾਂ 4 ਡਰਮ ਪਵਾ ਲਏ, ਇੱਥੇ ਸਾਡੇ ਡਿੱਗੀਆਂ ਪਾ ਦਿੰਦੇ ਹੁੰਦੇ ਆ ਜਦੋਂ ਇਲੈਕਸ਼ਨ ਲੁਕਸ਼ਨ ਹੁੰਦਾ। ਤੇ ਮਿੰਟੂ ਜੀ ਤੁਸੀਂ ਸਾਡੇ ਇੱਥੇ ਕਿਤੇ ਕੈਨੇਡਾ ਦਾ ਚੱਕਰ ਲਾਉਣਾ ਤਾਂ ਹੈਗਾ ਤੁਹਾਡਾ, ਚਲੋ ਵੇਖਿਓ ਤੁਸੀਂ, ਤੁਹਾਨੂੰ ਲੈ ਕੇ ਜਾਵਾਂਗੇ ਕਿ ਸਟਨ ਏਰੀਏ ਦੇ ਵਿੱਚ। ਮਤਲਬ ਸਰਦੀਆਂ ਦੇ ਵਿੱਚ ਵੀ ਜਿਹੜੇ ਨੇ ਨਾ ਉਹ ਸਾਡੇ ਉਹ ਘਰਾਂ ਦੇ ਗਰਾਜ ਥੋੜ੍ਹਾ ਜਿਹਾ ਦਰਵਾਜ਼ਾ ਚੁੱਕਿਆ ਹੁੰਦਾ, ਥੋੜ੍ਹਾ ਜਿਹਾ ਮਤਲਬ ਹੈ ਨਾ, ਅਤੇ ਥੱਲਿਆਂ ਦੀ ਧੂੰਆਂ ਨਿਕਲ ਰਿਹਾ ਹੁੰਦਾ। ਸਰਦੀਆਂ 'ਚ ਵੀ ਪਤਾ ਲੱਗ ਜਾਂਦਾ ਵੀ ਕੰਮ ਕੀ ਹੋ ਰਿਹਾ। ਇੱਕ ਤੁਹਾਨੂੰ ਪਤਾ ਨਵਾਂ ਆਇਆ ਸੀ, ਘਰ ਹੀ ਡਾਤਾ ਚੱਕ ਕੇ ਉਹਨੇ। ਇੱਥੇ ਬੜੇ ਤਰ੍ਹਾਂ ਦੀਆਂ ਭੱਠੀਆਂ ਬਣਦੀਆਂ ਨੇ, ਹੈ ਪੂਰੀ ਮਤਲਬ ਤਾਂਬੇ 'ਚ ਪਾਣੀ ਪਾਉਣ ਦੀ ਲੋੜ ਹੀ ਨਹੀਂ ਪੈਂਦੀ। ਨਹੀਂ, ਉਹ ਤਾਂ ਜਿੱਥੇ ਵੀ ਪੰਜਾਬੀ ਜਾਣਗੇ ਇਹ ਤਾਂ ਜੇਲ੍ਹ ਦੇ ਵਿੱਚ ਕੱਢ ਲੈਂਦੇ ਨੇ ਸ਼ਰਾਬ। ਜੁਗਾੜ ਹੀ ਬੜਾ ਵੱਡਾ। ਅੱਛਾ, ਜੇਲ੍ਹ ਦੇ ਵਿੱਚ ਸ਼ਰਾਬ ਕੱਢ ਲੈਂਦੇ ਆ। ਉਹ ਸਾਡੇ ਇੱਥੇ ਫਿਰੋਜ਼ਪੁਰ ਦੇ ਵਿੱਚ ਉਹ ਕਲੀ ਕਰਵਾਉਣ ਵਾਲੇ ਲਿਆਂਦੇ ਸੀਗੇ ਘੜੇ, ਕਲੀ ਕਰਨੀ ਸੀਗੀ ਉਹਨਾਂ ਨੇ। ਉਸੇ ਕਲੀ ਗੁੜ ਤਾਂ ਵਾਧੂ ਸੀਗਾ ਜੇਲ੍ਹ ਦੇ ਵਿੱਚ, ਉਹੀ ਘੜਾ ਕਲੀ ਵਾਲਾ ਜਿਹੜਾ ਕਰਕੇ ਕੱਢ ਲਈ, ਮੁੜ ਕੇ ਕੰਧਾਂ 'ਚ ਵੱਜਦੇ ਫਿਰ ਕੰਮ ਕਰਦੇ ਕਿ ਪੁਲਿਸ ਵਾਲੇ ਕਹਿੰਦੇ, ਉਹ ਕਹਿੰਦੇ ਤੁਸੀਂ ਸਾਰਾ ਜਗਾੜ ਤੇ ਸਾਨੂੰ ਹੋਮ ਡਿਲੀਵਰੀ ਕਰ ਦਿੱਤੀ ਹੈ ਤੇ ਫਿਰ ਅਸੀਂ ਠੀਕ ਹੈ ਉਹਨਾਂ
ਦੇਖੋ ਗੱਲ ਇਹ ਆ ਕਿ ਉਹ ਚਲੋ ਭੱਠੀ ਦੇਸੀ ਦਾਰੂ ਵਾਲੀ ਆ, ਇਹ ਜਿਹੜਾ ਅੰਗਰੇਜ਼ੀ ਦਾਰੂ ਵਾਲਾ ਨਾ, ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਇੱਕ ਪ੍ਰੋਜੈਕਟ ਹੈ ਇੱਕ ਤਰ੍ਹਾਂ ਇਹ ਦਾ। ਬਹੁਤ ਵੱਡਾ ਇਹਨਾਂ ਦੇ ਡਰਮ ਬੜੇ ਮਹਿੰਗੇ ਹੁੰਦੇ ਆ, ਫਿਰ ਉਹ ਜਿਹੜਾ ਕੈਮੀਕਲ ਦਾ ਇੱਕ ਮਤਲਬ ਕਿ ਕੰਪੋਜੀਸ਼ਨ ਬਣਾਉਣੀ ਹੁੰਦੀ ਹੈ ਇਹਨਾਂ ਨੇ ਜਿਹੜੀ, ਉਹਦੇ ਹਿਸਾਬ ਨਾਲ ਉਹ ਪਾਇਆ ਜਾਂਦਾ। ਮੈਂ ਬਹੁਤਾ ਨਹੀਂ ਖੁਲਾਸਾ ਕਰੂੰ ਕਿਉਂਕਿ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਵਾ, ਤੇ ਉਹ ਸਾਰਾ ਕੁਛ ਹੈ ਜਿਹੜਾ ਉਹ ਤਾਂ ਬਹੁਤ ਵੱਡੇ ਪੱਧਰ ਤੇ ਆ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦੇ ਵਿੱਚ ਦਾਰੂ ਦੇ ਰੇਟ ਦਾ ਫਰਕ ਆ, ਹਰਿਆਣੇ ਨਾਲੋਂ ਵੀ ਫਰਕ ਆ, ਚੰਡੀਗੜ੍ਹ ਨਾਲੋਂ ਵੀ ਫਰਕ ਆ, ਈਵਨ ਰਾਜਸਥਾਨ ਨਾਲੋਂ ਵੀ ਫਰਕ ਆ। ਇਹ ਇੱਕ ਕਾਰੋਬਾਰ ਆ। ਬਾਦਲ ਵਾਲੀ ਫੈਕਟਰੀ ਦਾ ਵੀ ਕੁਛ ਨਹੀਂ ਬਣਿਆ ਅਜੇ ਤੱਕ, ਇਹ ਨਹੀਂ ਪਤਾ ਲੱਗ ਸਕਿਆ ਕਿ ਜ਼ਮੀਨ ਕਿਹਦੀ ਆ, ਉਹ ਜ਼ਮੀਨ ਕਿਹਦੀ ਆ। ਤੇ ਜਿਹੜਾ ਬਾਦਲ ਪਿੰਡ ਆ ਸਾਡੇ ਪਿੰਡ ਜਿੱਡਾ ਆ, ਤੇ ਮੈਂ ਇੱਕ ਦਿਨ ਅੱਗੇ ਆਖਿਆ ਸੀ, ਮੈਂ ਕਿਹਾ ਮੇਰੀਆਂ ਅੱਖਾਂ ਬੰਨ ਕੇ ਲੈ ਚਲੋ ਤੇ ਮੈਨੂੰ ਦੂਰ ਜਾ ਕੇ ਮੇਰੇ ਘਰ ਤੋਂ 5 ਕਿਲੋਮੀਟਰ ਛੱਡ ਦਿਓ, 5-6 ਕਿਲੋਮੀਟਰ ਇੰਨਾ ਡਾਇਰੈਕਟ ਸਾਡਾ ਪਿੰਡ ਹੈਗਾ। ਤੇ ਜਿਹੜੇ ਵੀ ਕਿੱਲੇ 'ਚ ਜਾ ਕੇ ਅੱਖਾਂ ਖੋਲੋਗੇ ਮੈਂ ਤੁਹਾਨੂੰ ਦੱਸ ਦੂੰ ਫਲਾਣਾ ਸੌ ਦਾ ਕਿੱਲਾ ਹੈ। ਮਤਲਬ ਕਿ ਮੇਰੇ ਪਿੰਡ ਦਾ ਰਕਬਾ 1000-1500 ਕਿੱਲਾ ਹੋਏਗਾ। ਜਿਹੜੇ ਮਰਜ਼ੀ ਕਿੱਲੇ 'ਚ ਛੱਡ ਦਿਓ ਤੇ ਮੈਂ ਦੱਸ ਦੂੰਗਾ, ਨਾਲੇ ਹਾਲਾਂਕਿ ਮੈਂ ਪਿੰਡ ਬਹੁਤ ਘੱਟ ਰਿਹਾ ਹਾਂ। ਤੇ ਉਹ ਬਾਦਲ ਪਿੰਡ ਸਾਡੇ ਪਿੰਡ ਨਾਲੋਂ ਕੋਈ ਵੱਡਾ ਪਿੰਡ ਨਹੀਂ ਹੈ, ਛੋਟਾ ਪਿੰਡ ਹੈ। ਉੱਥੇ ਮੇਨ ਘਰਾਂ ਦੀਆਂ ਪੈਲੀਆਂ ਨੇ ਤੇ ਮੇਨ ਘਰਾਂ ਦਾ ਹੀ ਚੱਕਰ ਸੀਗਾ ਸਾਰਾ ਬਾਗ ਦੇ ਵਿੱਚ। ਹੁਣ ਗੱਲ ਇਹ ਆ ਕਿ ਜਦੋਂ ਕਾਰਵਾਈ ਕਰਨੀ ਹੀ ਨਹੀਂ, ਹੁਣ ਜਦੋਂ ਜ਼ਹਿਰੀਲੀ ਸ਼ਰਾਬ ਵਾਲਾ ਦੇਖੋ ਮਸਲਾ, ਉਹ ਇਸੇ ਤਰ੍ਹਾਂ ਦਾ ਹੀ ਆ। ਇਹ ਬ੍ਰਾਂਡਿੰਗ ਸ਼ਰਾਬ ਦੀ ਜਿੱਦਾਂ ਹੁੰਦੀ ਆ, ਉਹ ਲੇਬਲਿੰਗ ਵਗੈਰਾ ਕਰਕੇ, ਤਾਂ ਦੂਸਰੇ ਪਾਸੇ ਕੀ ਆ ਕਿ ਦੇਸੀ ਕੱਢੀ ਜਾਂਦੀ, ਉਹ ਜ਼ਹਿਰੀਲੀ ਸ਼ਰਾਬ ਬਣ ਜਾਂਦੀ। ਉਹਦੇ ਨਾਲ ਕਿੰਨਾ ਵੱਡਾ ਕਿ ਇੱਕ ਤਰ੍ਹਾਂ ਨਾਲ ਨਰਸੰਹਾਰ ਹੋ ਗਿਆ। ਇੱਕ ਤਰ੍ਹਾਂ ਨਾਲ ਬੰਦੇ ਜਿਹੜੇ ਵਿਚਾਰੇ ਪੀਣ ਵਾਲੇ ਮਰ ਗਏ, ਉਹ ਪੰਜਾਬ ਦੇ ਵਿੱਚ 100-150 ਬੰਦਾ ਮਰਿਆ ਸੀਗਾ। ਦੂਸਰੇ ਪਾਸੇ ਕੱਲ ਜਦੋਂ ਇਹਨਾਂ ਨੇ ਕੀਤੀ ਆ ਰੇਡ, ਉਹ ਅੱਗੋਂ ਪੈ ਗਿਆ, ਉਹ ਕਾਂਗਰਸੀ ਲੀਡਰ ਆ ਜਿਹੜਾ, ਉਹਨਾਂ ਨੇ ਵਰਦੀਆਂ ਵੀ ਪਾੜ ਦਿੱਤੀਆਂ ਇਹਨਾਂ ਦੀਆਂ। ਚੋਰੀ ਨਾਲੇ ਸੀਨਾ ਚੋਰੀ ਇਹਨੂੰ ਤਾਂ ਕਹਿੰਦੇ ਨੇ ਕਿ ਉਹ ਕੋਈ ਇਹਨਾਂ ਦਾ BC ਸੈੱਲ ਦਾ ਸੀਗਾ ਪ੍ਰਧਾਨ ਵਗੈਰਾ, ਤੇ ਜਦੋਂ ਗਏ ਆ ਤੇ ਉਹਦੇ ਮੁੰਡੇ ਵੀ ਪੈ ਗਏ ਆ। ਵੈਸੇ ਇਹਨਾਂ ਨੇ ਚਲੋ ਰਿਕਵਰੀ ਵਗੈਰਾ ਤੇ ਕੀਤੀ ਆ, ਪਰ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਦਾ ਕਿ ਸਾਰਾ ਕੁਛ ਲੀਡਰ ਹੀ ਕਰੀ ਜਾ ਰਿਹਾ। ਜੇ ਆ ਜਿਹੜੀਆਂ ਫੈਕਟਰੀਆਂ ਦੂਜੀਆਂ ਜਿਹਦੀ ਗੱਲ ਤੁਸੀਂ ਕੀਤੀ ਕਿ ਮਹਿੰਗੀਆਂ ਦਾਰੂ ਜਿਹੜੀਆਂ ਨੇ, ਉਹ ਜਿਹੜੀ ਹੁੰਦੀ ਆ ਅਲਕੋਹਲ ਬਣਾਉਣ ਵਾਸਤੇ, ਜਿਹੜੀ ਆਪਾਂ ਇੱਕ ਕੰਪੋਜੀਸ਼ਨ ਦੇਖੀਏ ਜਿਹਦੇ ਚ ਸਪਿਰਿਟ ਵਗੈਰਾ ਬਥੇਰਾ ਕੁਛ ਹੁੰਦਾ ਹੈ, ਤਾਂ ਉਹ ਜਿਹੜੀਆਂ ਖਾਸ ਤੌਰ ਤੇ ਹੁੰਦੀਆਂ ਨੇ ਕੈਮੀਕਲ ਚੀਜ਼ਾਂ, ਉਹ ਇਸੇ ਤਰ੍ਹਾਂ ਵੱਡੀਆਂ ਡਿਸਟਿਲਰੀਆਂ ਚੋਂ ਨਿਕਲਦੀਆਂ ਨੇ, ਔਰ ਇਹੀ ਸ਼ਰਾਬ ਬਣਾ ਕੇ ਔਰ ਅਰੁਣਾਚਲ ਤੱਕ ਸਪਲਾਈ ਕੀਤੀ ਜਾਂਦੀ ਟਰੱਕਾਂ ਦੇ ਹਿਸਾਬ ਨਾਲ। ਡਿਸਟਿਲਰੀਆਂ ਚੋਂ ਟਰੱਕ ਫੜੇ ਗਏ ਨੇ, ETO ਬਦਲੇ ਗਏ। ਇਹ ਕਹਿੰਦੇ ਸੀਗੇ ਅਸੀਂ ਫਾਇਲ ਲਾ ਦੇਾਂਗੇ, ਫਲਾਂ ਕਰ ਦਿਆਂਗੇ, ਆ ਫੜਿਆ ਗਿਆ ਤੁਹਾਡਾ ਬੰਦਾ, ਲਾ ਦਿਓ ਇਹਨੂੰ ਫਾਇਲ, ਇੱਕ ਮਿਸਾਲ ਬਣਾ ਦਿਓ। ਜੀ ਜੀ ਚਲੋ, ਡੇਰਾ ਮੁਖੀ ਚਰਚਾ 'ਚ ਇੱਕ ਵਾਰੀ ਫਿਰ ਤੋਂ ਪਤਾ ਲੱਗਾ ਕਿ ਹਨੀਪ੍ਰੀਤ ਵੀ ਦੇਖਭਾਲ ਲਈ ਪਹੁੰਚ ਗਈ ਆ, ਔਰ ਚੰਗੇ ਚੋਖੇ ਹਾਂਜੀ ਜਗ੍ਹਾ ਤੇ ਸ਼ਿਫਟ ਕੀਤਾ ਗਿਆ। ਹਸਪਤਾਲ ਲਿਆਉਣ ਤੇ ਜਿਤਾਇਆ ਰੋਸ ਡੇਰਾ ਮੁਖੀ ਨੂੰ, ਕੀ ਕਹਿਣਾ ਚਾਹੋਗੇ? ਹਾਂਜੀ ਦੇਖੋ, ਰੋਸ ਜਿਤਾਇਆ ਅੰਸ਼ੁਲ ਨੇ। ਅੰਸ਼ੁਲ ਛਤਰਪਤੀ ਦੇ ਬੇਟੇ ਆ। ਉਹਨਾਂ ਨੇ ਕਿਹਾ ਕਿ ਅਸੀਂ ਕੋਰਟ ਦੇ ਵਿੱਚ ਵੀ ਮੂਵ ਹੋਵਾਂਗੇ, ਕੋਰਟ ਦੇ ਵਿੱਚ ਵੀ ਜਾਵਾਂਗੇ, ਪਰ ਮੇਰੇ ਖਿਆਲ ਦੇ ਨਾਲ ਬਹੁਤ ਲੇਟ ਹੋ ਗਿਆ। ਇਹਨਾਂ ਦਾ ਹਰੇਕ ਵਾਰੀ ਬਿਆਨ ਆਉਂਦਾ, ਪਰ ਇਹ ਕੋਰਟ ਜਾਂਦੇ ਨਹੀਂ ਹੈ। ਕਿਉਂ ਨਹੀਂ ਜਾਂਦੇ? ਤਾਂ ਹੁਣ ਇਹਨਾਂ ਦਾ ਫੈਸਲਾ ਹੈ, ਕਿਉਂਕਿ ਆਪਾਂ ਕੁਛ ਨਹੀਂ ਕਹਿ ਸਕਦੇ। ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਜਿੰਨੀ ਕੋਈ ਇਨਫੋਰਮੇਸ਼ਨ ਹੈ ਕਿ ਜਦੋਂ ਪਹਿਲੀ ਵਾਰੀ ਇੱਕ ਕੁਝ ਸੈਕਿੰਡ ਦੀ ਕਲਿੱਪ ਚਲਾਈ ਗਈ ਚੈਨਲਾਂ ਤੇ, ਡੇਰਾ ਮੁਖੀ ਨੂੰ ਦਿਖਾਇਆ ਗਿਆ, ਉਹ ਅਸਲ ਦੇ ਵਿੱਚ ਇੱਕ ਤਰ੍ਹਾਂ ਨਾਲ ਪਲਾਂਟਡ ਚੀਜ਼ ਸੀਗੀ। ਹਸਪਤਾਲ ਦਾ ਝਾਕਾ ਦਿੱਤਾ ਗਿਆ ਸੀਗਾ। ਦਰਅਸਲ ਇਹ ਦੱਸਿਆ ਜਾ ਰਿਹਾ ਕਿ ਮੁਲਾਕਾਤ ਪਾਸੇ ਹੋਈ ਸੀ ਫਾਰਮ ਹਾਊਸ ਤੇ। ਜਦ ਇਸ ਤਰ੍ਹਾਂ ਦੀਆਂ ਗੱਲਾਂ ਆ ਜਾਂਦੀਆਂ ਨੇ ਕਿ 2 ਪੈਂਡਿੰਗ ਕੇਸ ਨੇ, ਹਨੀਪ੍ਰੀਤ ਖੁਦ ਇੱਕ ਕੇਸ ਦੇ ਵਿੱਚ ਅਕਿਊਜ਼ਡ ਆ, ਕਾਨੂੰਨਨ ਤੌਰ ਤੇ ਇਤਰਾਜ਼ ਤੁਸੀਂ ਕਰ ਸਕਦੇ ਹੋ ਕਿ ਜਿਹੜੇ 2 ਪੈਂਡਿੰਗ ਕੇਸ ਆ ਉਹਨਾਂ ਦੇ ਵਿੱਚ ਗਵਾਹਾਂ ਨੂੰ ਇੱਕ ਸਕੀਮ ਬਣਾ ਕੇ ਪ੍ਰਭਾਵਿਤ ਕੀਤਾ ਜਾ ਸਕਦਾ। ਕੁਛ ਵੀ ਤੁਹਾਡੇ ਕੋਲ ਮਤਲਬ ਕਿ ਇੱਕ ਗਰਾਊਂਡ ਹੁੰਦਾ ਵਾ, ਤਾਂ ਉਦੋਂ ਵੀ ਕੁਛ ਨਹੀਂ ਕੀਤਾ ਗਿਆ, ਜਦ ਕਿ ਉਹ ਸਾਫ਼ ਨਜ਼ਰ ਆ ਰਿਹਾ ਸੀਗਾ ਕਿ ਕਿਸ ਤਰ੍ਹਾਂ ਇੱਕ ਬੰਦੇ ਨੇ ਖੜ ਕੇ ਸਾਈਡ ਤੋਂ 5-10 ਮਿੰਟ ਦਾ ਇੱਕ ਕਲਿੱਪ ਬਣਾਇਆ, ਫਿਰ ਚੈਨਲਾਂ ਨੂੰ ਭੇਜਿਆ ਗਿਆ। ਸਾਫ਼ ਸੀਗਾ। ਔਰ ਉਸ ਤੋਂ ਬਾਅਦ ਹੀ ਮਤਲਬ ਕਿ ਪਤਾ ਲੱਗ ਗਿਆ ਸੀਗਾ ਕਿ ਸਭ ਕੁਛ ਹੋਣਾ। ਅਸਲ ਦੇ ਵਿੱਚ ਜਿਹੜੀ ਇਹਦੀ ਕਹਿ ਲਓ ਕਿ ਬਾਜ਼ੀ ਪੁੱਠੀ ਪਈ ਹੈ, ਉਹ ਇਸੇ ਕਰਕੇ ਆ ਕਿ ਰਾਜਨਾਥ ਸਿੰਘ ਜਿਹੜਾ ਅਮਿਤ ਸ਼ਾਹ, ਉਹਦੇ ਨਾਲ ਇਹਦੀ ਨਾਰਾਜ਼ਗੀ ਹੋ ਗਈ ਸੀਗੀ। ਉਹਨੇ ਸੱਦਿਆ ਸੀਗਾ ਸਰਸੇ ਆ ਕੇ ਕਿ ਇੱਥੇ ਆ ਕੇ ਮਿਲੋ, ਇਹ ਨਹੀਂ ਗਿਆ, ਕਹਿੰਦੇ ਸੀਗੇ ਕਿ ਡੇਰੇ 'ਚ ਆ ਜਾ, ਸਾਰਾ ਕੁਛ ਇੱਥੇ ਹੈਗਾ, 5 ਸਟਾਰ ਹੋਟਲ ਤੱਕ ਹੈਗੇ ਆ। ਉਸ ਤੋਂ ਬਾਅਦ ਨਾਰਾਜ਼ਗੀ ਬਹੁਤ ਜ਼ਿਆਦਾ ਵੱਧ ਗਈ। ਨਤੀਜਾ ਤੁਹਾਡੇ ਸਾਹਮਣੇ ਆ। ਹੁਣ ਰਜ਼ਾਮੰਦਗੀ ਆ ਦੋਨਾਂ ਧਿਰਾਂ ਦੀ। ਰਜ਼ਾਮੰਦਗੀ 2022 ਦੇ ਵਿੱਚ ਜਿਹੜੀ ਕੋਈ ਵੋਟ ਪੈਣੀ ਹੈ ਭਾਜਪਾ ਨੂੰ, ਉਹ ਇਹੋ ਜਿਹੀ ਵੋਟ ਦੀ ਉਮੀਦ ਕੀਤੀ ਜਾ ਸਕਦੀ ਹੈ ਜਿਹੜੀ ਵੋਟ
ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੁਗਤਬੰਦੀ ਦੇ ਨਾਲ ਲਈ ਜਾਵੇ। ਪੰਜਾਬ ਦੇ ਵਿੱਚ ਤਾਂ ਵੈਸੇ ਹੀ ਇਹਨਾਂ ਦਾ ਹਾਲ ਤੁਹਾਨੂੰ ਪਤਾ ਹੀ ਆ, ਤਾਂ ਜੁਗਤਬੰਦੀ ਇਸ ਤਰ੍ਹਾਂ ਦੀ ਕੀਤੀ ਜਾ ਰਹੀ ਆ ਔਰ ਉਹਦੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਆ। ਦੇਖੋ, ਇੱਕ ਤਾਂ ਇਹ ਆ ਕਿ ਜਿਹੜਾ ਮਾਲਵਾ ਇੱਕ ਕੇਂਦਰ ਹੈ ਕਿਸਾਨੀ ਸੰਘਰਸ਼ ਦਾ, ਵੈਸੇ ਉਹ ਸਾਰਾ ਹੀ ਇੱਕ ਤਰ੍ਹਾਂ ਨਾਲ ਦੇਖੋਗੇ ਏਰੀਆ ਜਿਹੜਾ ਬਹੁਤ ਸਾਰੇ ਸੰਘਰਸ਼ਾਂ ਨੂੰ ਪੈਦਾ ਕਰ ਚੁੱਕਾ ਵਾ। ਤਾਂ ਇੱਕ ਤਾਂ ਇਹ ਆ ਕਿ ਮਾਲਵੇ ਦੇ ਵਿੱਚੋਂ ਪ੍ਰੇਮੀਆਂ ਨੂੰ ਇਸ ਸੰਘਰਸ਼ ਤੋਂ ਦੂਰ ਕਰ ਦਿੱਤਾ ਗਿਆ, ਹਾਲਾਂਕਿ ਉਹ ਖੁਦ ਕਿਸਾਨੀ ਨਾਲ ਜੁੜੇ ਨੇ ਜ਼ਿਆਦਾਤਰ। ਮਤਲਬ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਆ। ਦੂਸਰਾ ਹੈ ਕਿ ਵੋਟਾਂ ਦੇ ਵਿੱਚ ਪੋਲੀਟੀਕਲ ਸਪੋਰਟ ਤੇ ਹੈ ਹੀ ਆ ਸਾਹਮਣੇ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਸ ਤਰੀਕੇ ਨਾਲ ਇਹਨੂੰ ਕੀਤਾ ਜਾ ਰਿਹਾ ਵਾ, ਜਿਸ ਤਰੀਕੇ ਨਾਲ ਇਹਨੂੰ ਰਹਿਤ ਦਿੱਤੀ ਜਾ ਰਹੀ ਆ, ਉਹ ਤਾਂ ਹੇਰਾਫੇਰੀ ਤੁਹਾਡੇ ਸਾਹਮਣੇ ਆ ਕਿ ਪਹਿਲਾਂ ਪੋਜ਼ਿਟਿਵ ਦੱਸਿਆ ਗਿਆ, ਜਦ ਹਨੀਪ੍ਰੀਤ ਮਤਲਬ ਕਿ ਉਹਨੂੰ ਪਰਮਿਟ ਕਰ ਦਿੱਤਾ ਗਿਆ ਕਿ ਉਹ ਜਾ ਕੇ ਉੱਥੇ ਰਹਿ ਸਕਦੀ ਹੈ, ਖਿਦਮਤ ਕਰ ਸਕਦੀ ਹੈ, ਸੇਵਾ ਕਰ ਸਕਦੀ ਹੈ, ਤਦ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਤਾਂ ਬਹੁਤ ਕਸੂਤੇ ਫਸ ਗਏ, ਕਿਉਂਕਿ ਕਰੋਨਾ ਪੇਸ਼ੈਂਟ ਦੇ ਕੋਲ ਤੇ ਜਾ ਹੀ ਨਹੀਂ ਸਕਦਾ ਕੋਈ ਜਾ ਨਹੀਂ ਸਕਦਾ। ਫਿਰ ਉਹਨੂੰ ਨੈਗੇਟਿਵ ਕਰ ਦਿੱਤਾ। ਤਾਂ ਪੋਜ਼ਿਟਿਵ ਨੈਗੇਟਿਵ ਦੇ ਵਿੱਚ ਇਹੀ ਆ, ਮਤਲਬ ਕਿ ਜਿਵੇਂ ਕਰੰਟ ਹੁੰਦਾ ਨਾ ਪੋਜ਼ਿਟਿਵ ਨੈਗੇਟਿਵ, ਤੇ ਉਹਦੇ ਵਿੱਚੋਂ ਇਹੀ ਸਿੱਟਾ ਨਿਕਲਦਾ ਹੈ ਕਿ ਸਾਰਾ ਕੁਝ ਪਲਾਨ ਦੇ ਤਹਿਤ ਕੀਤਾ ਗਿਆ। 2022 ਤੱਕ ਬਹੁਤ ਸਾਰੀਆਂ ਇਹੋ ਜਿਹੀਆਂ ਮੈਡੀਕਲ ਜਰਨੀਆਂ ਤੁਹਾਨੂੰ ਇਹਦੀਆਂ ਦੇਖਣ ਨੂੰ ਮਿਲਣਗੀਆਂ। ਜੀ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।